ਮੇਰੀ ਘਰਵਾਲੀ ਨੂੰ ਕਿਸੇ ਨਾਲ ਪਿਆਰ ਹੋ ਗਿਆ ਸੀ। ਉਸਨੇ ਮੰਨਿਆ ਤਾਂ ਨਹੀਂ, ਪਰ ਬਦਲਦੇ ਹਾਵ-ਭਾਵ, ਘਰ ਲਈ ਉਸਦੀ ਬੇਰੁਖੀ, ਉਸਦੇ ਅਫਸਰ ਮਿਸਟਰ ਗਿੱਲ ਦੀ ਹਮੇਸ਼ਾ ਤਾਰੀਫ ਅਤੇ ਪਰਿਵਾਰ ਦੀ ਅਣਦੇਖੀ ਤੋਂ ਮੈਂ ਸਮਝ ਗਿਆ ਸੀ ਕਿ ਇਹ ਘਰ ਕਦੇ ਵੀ ਟੁੱਟ ਸਕਦਾ ਹੈ। ਮੇਰੀ ਘਰਵਾਲੀ ਕਦੇ ਵੀ ਤਲਾਕ ਮੰਗ ਸਕਦੀ ਹੈ। ਆਪਣੇ ਅਫਸਰ ਮਿਸਟਰ ਗਿੱਲ ਦੇ ਲਈ ਉਹ ਇੰਨੀ ਪਾਗਲ ਹੋ ਚੁੱਕੀ ਸੀ ਕਿ ਹਰ ਗੱਲ ਵਿੱਚ ਮਿਸਟਰ ਗਿੱਲ ਹੀ ਨਜ਼ਰ ਆਉਂਦੇ ਸਨ। ਉਸੇ ਦੇ ਖਿਆਲਾਂ ਵਿੱਚ ਖੋਈ ਰਹਿੰਦੀ ਸੀ ਮੇਰੀ ਘਰਵਾਲੀ ਅੰਜੂ। ਸੁਪਨੇ ਵੀ ਉਸੇ ਦੇ ਦੇਖਦੀ ਹੋਣੀ। ਉਸ ਦੇ ਵਰਤਾਵ ਤੋਂ ਸਮਝ ਆਉਣ ਲੱਗਿਆ ਸੀ ਕਿ ਘਰ ਕਿਸੇ ਘੜੀ ਵੀ ਟੁੱਟ ਸਕਦਾ ਹੈ। ਪਤਾ ਨਹੀਂ ਕਦੋਂ ਅੰਜੂ ਆਪਣਾ ਫੈਸਲਾ ਸੁਣਾ ਕੇ ਚਲੀ ਜਾਵੇ। ਮੇਰੀ ਘਰਵਾਲੀ, ਜਿਸ ਨੇ ਮੇਰੇ ਨਾਲ 7 ਜਨਮ ਇਕੱਠੇ ਰਹਿਣ ਦੀ ਕਸਮ ਖਾਧੀ ਸੀ, ਇਸੇ ਜਨਮ ਵਿੱਚ ਮੈਨੂੰ ਛੱਡ ਕੇ ਜਾਣ ਲਈ ਉਤਾਵਲੀ ਸੀ। ਪਿਆਰ ਵਿੱਚ ਪਾਗਲ ਜਨਾਨੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਮੇਰੇ ਲਈ ਜ਼ਰੂਰੀ ਸੀ ਕਿ ਉਸ ਨਾਲ ਗੱਲ ਕਰਾਂ। ਆਖਿਰ ਇਸ ਤਰ੍ਹਾਂ ਕਦੋਂ ਤੱਕ ਚੱਲਦਾ? ਨਾ ਘਰ ਦਾ ਧਿਆਨ, ਨਾ ਘਰਵਾਲੇ ਦਾ, ਨਾ ਬੱਚਿਆਂ ਦੀ ਚਿੰਤਾ। ਰਾਤ ਨੂੰ ਦੇਰ ਨਾਲ ਘਰ ਆਉਣਾ, ਸਵੇਰੇ ਜਲਦੀ ਚਲੇ ਜਾਣਾ। ਹਾਰ ਸ਼ਿੰਗਾਰ ਤੇ ਜ਼ਿਆਦਾ ਧਿਆਨ ਦੇਣਾ, ਜਿਵੇਂ ਸ਼ੀਸ਼ੇ ਦੇ ਸਾਹਮਣੇ ਬੋਲ ਰਹੀ ਹੋਵੇ, ਕਿਵੇਂ ਦੀ ਲੱਗ ਰਹੀ ਹਾਂ ਮਿਸਟਰ ਗਿੱਲ। ਮੈਂ ਹੁਣ ਉਸਨੂੰ ਪਰਾਇਆ ਲੱਗਣ ਲੱਗਾ ਸੀ। ਜਿਵੇਂ ਜਿਵੇਂ ਉਹ ਮਿਸਟਰ ਗਿੱਲ ਦੇ ਨੇੜੇ ਹੋ ਰਹੀ ਸੀ, ਮੈਨੂੰ ਆਪਣਾ ਦੁਸ਼ਮਣ ਸਮਝਣ ਲੱਗੀ ਸੀ। ਪ੍ਰੇਮੀ ਬੇਵਫਾ ਹੋਵੇ ਤਾਂ ਦਿਲ ਟੁੱਟਦਾ ਹੈ। ਘਰਵਾਲੀ ਬੇਵਫਾਈ ਕਰੇ ਤਾਂ ਦਿਲ ਦੇ ਨਾਲ ਨਾਲ ਘਰ ਵੀ ਟੁੱਟਦਾ ਹੈ। ਇੰਜ ਲੱਗਦਾ ਸੀ ਜਿਵੇਂ ਦੁਨੀਆ ਖਤਮ ਹੋ ਗਈ ਹੋਵੇ। ਅਜਿਹੇ ਵਿੱਚ ਮੇਰੇ ਜਿਹਾ ਘਰਵਾਲਾ ਕੀ ਕਰੇ? ਖੁਦਕੁਸ਼ੀ ਵੀ ਤਾਂ ਨਹੀਂ ਕਰ ਸਕਦਾ ਸੀ। 2 ਮਾਸੂਮ ਬੱਚਿਆਂ ਦਾ ਕੀ ਹੋਵੇਗਾ, ਜਿਨ੍ਹਾਂ ਦੀ ਉਮਰ ਸਿਰਫ 5 ਤੇ 7 ਸਾਲ ਹੈ। ਬੇਵਫਾ ਸਿਰਫ ਬੇਵਫਾ ਹੁੰਦੀ ਹੈ। ਉਹ ਨਾ ਮਾਂ ਰਹਿ ਜਾਂਦੀ ਹੈ, ਨਾ ਘਰਵਾਲੀ। ਸੋਚਦਾ ਸੀ ਮੈਂ ਕਿੱਥੇ ਗਲਤ ਹਾਂ। ਮਾਂ-ਬਾਪ ਨੇ ਵਿਆਹ ਕੀਤਾ, ਘਰਵਾਲੀ ਪੜ੍ਹੀ ਲਿਖੀ ਸੀ। ਵਿਆਹ ਤੋਂ ਬਾਅਦ ਉਸਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਮੈਂ ਪ੍ਰਾਈਵੇਟ ਨੌਕਰੀ ਵਿੱਚ ਸੀ। ਉਸ ਤੋਂ ਘੱਟ ਕਮਾਉਂਦਾ ਸੀ। ਕਦੇ-ਕਦੇ ਸ਼ਰਾਬ ਵੀ ਪੀ ਆਉਂਦਾ ਸੀ। ਕਦੇ ਲੇਟ ਵੀ ਹੋ ਜਾਂਦਾ ਸੀ ਦੋਸਤਾਂ ਨਾਲ। ਪਰ ਮੈਂ ਨਸ਼ੇ ਵਿੱਚ ਕਦੇ ਬਦਤਮੀਜ਼ੀ ਨਹੀਂ ਕੀਤੀ ਸੀ। ਗਲਤੀ ਦੇ ਮਾਫ਼ੀ ਵੀ ਮੰਗ ਲੈਂਦਾ ਸੀ। ਤਾਂ ਕੀ ਕਾਰਨ ਹੋ ਸਕਦਾ ਹੈ ਉਸਦੇ ਬੇਵਫਾ ਹੋਣ ਦਾ? ਮੇਰਾ ਘੱਟ ਕਮਾਉਣਾ ਜਾਂ ਸ਼ਰਾਬ ਪੀਣਾ? ਇਹ ਤਾਂ ਕੋਈ ਕਾਰਨ ਨਾ ਹੋਇਆ। ਮੈਨੂੰ ਲੱਗਦਾ ਹੈ ਜਿਸ ਨੂੰ ਬੇਵਫਾ ਹੋਣਾ ਹੁੰਦਾ ਹੈ, ਉਹ ਹੋ ਹੀ ਜਾਂਦਾ ਹੈ। ਉਸਦਾ ਕੋਈ ਕਾਰਨ ਨਹੀਂ ਹੁੰਦਾ। ਮੇਰੀ ਘਰਵਾਲੀ ਸੋਹਣੀ ਹੈ, ਸਰਕਾਰੀ ਨੌਕਰੀ ਵਿੱਚ ਹੈ। ਸਾਡੇ ਵਿਆਹ ਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਹਨ। 2 ਪਿਆਰੇ ਬੱਚੇ ਹਨ। ਮੇਰੀ ਘਰਵਾਲੀ ਅੰਜੂ ਸਾਰੇ ਪਰਿਵਾਰ ਦਾ ਧਿਆਨ ਰੱਖਦੀ ਆਈ ਹੈ। ਦਿਨ ਰਾਤ ਸਿਰਫ ਕੰਮ ਤੇ ਕੰਮ। ਕਈ ਵਾਰ ਮੈਂ ਉਸਨੂੰ ਘੁੰਮਣ, ਸਿਨੇਮਾ, ਬਾਜ਼ਾਰ ਚੱਲਣ ਲਈ ਵੀ ਕਿਹਾ, ਪਰ ਉਸਨੇ ਹਮੇਸ਼ਾ ਇਹ ਬੋਲ ਕੇ ਮਨਾ ਕਰ ਦਿੱਤਾ ਕਿ ਘਰ ਦਾ ਕੰਮ ਬਹੁਤ ਹੈ। ਮੈਂ ਆਪਣੇ ਘਰ ਵਿੱਚ ਹੀ ਠੀਕ ਹਾਂ। ਫੁਰਸਤ ਮਿਲਣ ਤੇ ਬੈਂਕ ਦੀ ਤਿਆਰੀ ਵਿੱਚ ਲੱਗ ਜਾਂਦੀ। ਹੁਸ਼ਿਆਰ ਸੀ, ਮਿਹਨਤੀ ਸੀ, ਨੌਕਰੀ ਲੱਗ ਗਈ। ਨੌਕਰੀ ਤੋਂ ਆਉਂਦੇ ਹੀ ਉਹ ਘਰ ਦੇ ਕੰਮ ਤੇ ਬੱਚਿਆਂ ਦੀ ਦੇਖਭਾਲ ਵਿੱਚ ਲੱਗ ਜਾਂਦੀ। ਸਭ ਕੁਝ ਠੀਕ ਚੱਲ ਰਿਹਾ ਸੀ। ਪਤਾ ਨਹੀਂ ਕਿੱਥੋਂ ਇਹ ਮਿਸਟਰ ਗਿੱਲ ਆ ਗਿਆ। ਆਪਣੀ ਚੰਗੀ ਪਰਸਨੈਲਿਟੀ ਅਤੇ ਮੈਨੇਜਰੀ ਦੀ ਪੋਸਟ ਦੇ ਕਾਰਨ ਪਤਾ ਨਹੀਂ ਉਸਨੇ ਕਦੋਂ ਤੇ ਕਿਵੇਂ ਅੰਜੂ ਦਾ ਦਿਲ ਜਿੱਤ ਲਿੱਤਾ ਸੀ। ਪਤਾ ਨਹੀਂ ਮੇਰੀ ਘਰਵਾਲੀ ਤੇ ਕਿਵੇਂ ਕਬਜ਼ਾ ਕਰ ਲਿੱਤਾ ਸੀ। 40 ਦੀ ਉਮਰ ਵਿੱਚ ਕੁਆਰਾ ਸੀ। ਜਦੋਂ ਮੁਫਤ ਵਿੱਚ ਦੂਸਰੇ ਦੀ ਘਰਵਾਲੀ ਮਿਲ ਰਹੀ ਹੋਵੇ ਤਾਂ ਵਿਆਹ ਦੀ ਕੀ ਜ਼ਰੂਰਤ ਹੈ? ਮੇਰਾ ਇੱਕ ਦੋਸਤ ਵੀ ਉਸੇ ਬੈਂਕ ਵਿੱਚ ਸੀ। ਮੈਂ ਉਸ ਤੋਂ ਅੰਜੂ ਦੇ ਬਾਰੇ ਪੁੱਛਿਆ ਕਿ ਸਭ ਠੀਕ ਹੈ। ਉੱਤਰ ਤੋਂ ਮੈਂ ਹਿੱਲ ਗਿਆ। ਉਸਨੇ ਕਿਹਾ, ਕੁਝ ਵੀ ਠੀਕ ਨਹੀਂ। ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ। ਮੈਂ ਸ਼ਰਮ ਤੇ ਅਪਮਾਨ ਨਾਲ ਲਾਲ ਹੋ ਰਿਹਾ ਸੀ। ਮੈਂ ਪੁੱਛਿਆ, ਫਿਰ ਕੀ ਕਰਾਂ? ਉਸਨੇ ਕਿਹਾ, ਕਦੋਂ ਵੀ ਹੜ੍ਹ ਆ ਸਕਦਾ ਹੈ। ਕੋਸ਼ਿਸ਼ ਕਰੋ ਘਰ ਬਚਾਉਣ ਦੀ। ਮੈਂ ਗਿੱਲ ਦੇ ਬਾਰੇ ਪੁੱਛਿਆ। ਉਸਨੇ ਕਿਹਾ, ਆਸ਼ਿਕ ਮਿਜ਼ਾਜ ਤੇ ਰੰਗੀਨ ਕਿਸਮ ਦਾ ਬੰਦਾ ਹੈ। ਸੋਹਣੀ ਜਨਾਨੀ ਵੇਖੀ ਨਹੀਂ ਕਿ ਜਾਲ ਪਾਉਣਾ ਸ਼ੁਰੂ ਕਰ ਦਿੰਦਾ ਹੈ। ਮੈਂ ਕਿਹਾ, ਯਾਰ, ਵਿਆਹੀ ਜਨਾਨੀ ਨਾਲ ਇਸ਼ਕ, ਸ਼ਰਮ ਨਹੀਂ ਆਉਂਦੀ ਉਸਨੂੰ? ਆਪਣਾ ਸਿੱਕਾ ਖੋਟਾ ਹੋਵੇ ਤਾਂ ਕਿਸੇ ਨੂੰ ਕੀ ਦੋਸ਼ ਦੇਣਾ? ਆਪਣੇ ਦੋਸਤ ਸੁੱਖੀ ਦੇ ਸੱਚ ਬੋਲਣ ਤੋਂ ਮੈਨੂੰ ਮਾੜਾ ਤਾਂ ਲੱਗਿਆ, ਪਰ ਕਿਹਾ ਤਾਂ ਉਸਨੇ ਸੱਚ ਹੀ ਸੀ। ਸੱਚ ਨੂੰ ਮਨਾ ਕਰਨਾ ਮੁਸ਼ਕਿਲ ਸੀ। ਮੈਂ ਕਿਹਾ, ਯਾਰ, ਪਹਿਲਾਂ ਵਿਆਹੀ ਔਰਤ ਨੂੰ ਲੋਕ ਭਾਈ ਜਾਂ ਦੀਦੀ ਕਹਿੰਦੇ ਸੀ। ਕੁਆਰੀ ਕੁੜੀਆਂ ਨਾਲ ਇਸ਼ਕ ਕਰਦੇ ਸੀ। ਹੁਣ ਕੀ ਹੋ ਗਿਆ ਹੈ ਦੁਨੀਆ ਨੂੰ? ਉਸਨੇ ਕਿਹਾ, ਸੰਬੋਧਨ ਤਾਂ ਹੁਣ ਵੀ ਉਹੀ ਰਹਿੰਦਾ ਹੈ, ਖਾਸ ਕਰਕੇ ਸ਼ੁਰੂਆਤੀ ਦਿਨਾਂ ਵਿੱਚ। ਪਰ ਨੀਅਤ ਬਹੁਤ ਕਮਜ਼ੋਰ ਹੋ ਗਈ ਹੈ ਲੋਕਾਂ ਦੀ। ਵਿਆਹੀ ਨਾਲ ਸੰਬੰਧ ਬਣਾਉਣ ਵਿੱਚ ਫਾਇਦਾ ਇਹ ਹੁੰਦਾ ਹੈ ਕਿ ਆਦਮੀ ਤੇ ਵਿਆਹ ਦਾ ਦਬਾਅ ਨਹੀਂ ਪੈਂਦਾ। ਵਿਆਹੁਤਾ ਦਾ ਲੇਬਲ ਹੋਣ ਤੇ ਕੋਈ ਸ਼ੱਕ ਨਹੀਂ ਕਰਦਾ ਜਲਦੀ। ਔਰਤ ਦੀ ਆਪਣੀ ਸੁਰੱਖਿਆ ਹੈ ਅਤੇ ਆਦਮੀ ਤੇ ਕੋਈ ਦਬਾਅ ਨਹੀਂ। ਪਰ ਇਹ ਤਾਂ ਗਲਤ ਹੈ। ਮੈਂ ਗੁੱਸੇ ਵਿੱਚ ਕਿਹਾ, ਤਾੜੀ ਜਦੋਂ ਦੋਵੇਂ ਹੱਥਾਂ ਨਾਲ ਵੱਜੇ ਤਾਂ ਗਲਤ ਕਿਵੇਂ ਹੋਇਆ? ਜਦੋਂ ਮਰਜ਼ੀ ਨਾਲ ਹੋਵੇ ਤਾਂ ਦਿਲ ਦੀ ਲੱਗੀ ਹੈ। ਮੈਂ ਸੋਚਿਆ, ਜਿਹੜਾ ਮੇਰੀ ਘਰਵਾਲੀ ਦਾ ਸ਼ਿਕਾਰ ਕਰ ਰਿਹਾ ਹੋਵੇ, ਮੈਂ ਉਸ ਸ਼ਿਕਾਰੀ ਨੂੰ ਕੀ ਕਹਾਂ? ਇਹ ਕਿ ਮੇਰੀ ਘਰਵਾਲੀ ਨੂੰ ਛੱਡ ਦੇ, ਮੇਰੇ ਘਰ ਨੂੰ ਨਾ ਤੋੜ, ਮੈਂ ਤੇਰੇ ਪੈਰ ਪਕੜਦਾ ਹਾਂ, ਲਾਹਨਤ ਹੈ ਮੇਰੇ ਤੇ। ਤਾਂ ਕੀ ਕਰਾਂ? ਸਿਰ ਤੋੜ ਦੇਵਾਂਗਾ ਆਪਣੀ ਘਰਵਾਲੀ ਦੇ ਪ੍ਰੇਮੀ ਦਾ, ਜਾਂ ਹੱਥ ਪੈਰ ਤੋੜ ਦੇਵਾਂਗਾ ਆਪਣੀ ਘਰਵਾਲੀ ਦੇ?
ਨਹੀਂ, ਗੁੱਸੇ ਨਾਲ ਗੱਲ ਵਿਗੜ ਸਕਦੀ ਹੈ। ਮੈਨੂੰ ਆਪਣੀ ਘਰਵਾਲੀ ਨਾਲ ਨਰਮੀ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਪੁੱਛਿਆ ਵੀ, ਪਰ ਮੇਰੇ ਹਰ ਸਵਾਲ 'ਤੇ ਉਸਦੇ ਉੱਤਰ ਇਹੀ ਹੁੰਦੇ ਸਨ, ਅਫਵਾਹ ਹੈ, ਬਕਵਾਸ ਹੈ, ਝੂਠ ਹੈ। ਗਿੱਲ ਸਾਹਿਬ ਮੇਰੇ ਅਫਸਰ ਹਨ। ਮੇਰਾ ਤੇ ਉਹਨਾਂ ਦਾ ਸੰਬੰਧ ਦਫ਼ਤਰੀ ਹੈ। ਉਹ ਵਧੀਆ ਆਦਮੀ ਹਨ। ਲੋਕ ਜਲਦੇ ਹਨ ਸਾਡੀ ਦੋਸਤੀ ਤੋਂ। ਦੋਸਤੀ ਤੋਂ ਜ਼ਿਆਦਾ ਕੁਝ ਨਹੀਂ ਹੈ ਸਾਡੇ ਵਿੱਚ। ਤੁਸੀਂ ਮੇਰੇ 'ਤੇ ਸ਼ੱਕ ਕਰ ਰਹੇ ਹੋ, ਭਰੋਸਾ ਨਹੀਂ ਮੇਰੇ 'ਤੇ। ਮੈਂ ਗੁੱਸੇ ਵਿੱਚ ਕਿਹਾ, ਝੂਠ ਬੋਲ ਰਹੀ ਹੈ, ਮੈਨੂੰ ਧੋਖਾ ਦੇ ਰਹੀ ਹੈ, ਵਿਆਹ ਦੀ ਮਰਿਆਦਾ ਨੂੰ ਭੰਗ ਕਰ ਰਹੀ ਹੈ, ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਰੋਲ ਰਹੀ ਹੈ। ਉਸਨੇ ਪਲਟ ਕੇ ਕਿਹਾ, ਵਿਸ਼ਵਾਸ ਨਹੀਂ ਹੈ ਤਾਂ ਤਲਾਕ ਲੈ ਲਓ। ਮੈਂ ਤੇਰੀ ਨੌਕਰਾਣੀ ਨਹੀਂ ਹਾਂ। ਮੇਰਾ ਆਪਣਾ ਜੀਵਨ ਹੈ, ਇੱਛਾਵਾਂ ਹਨ, ਮਨ ਹੈ। ਆਪਣੀ ਮਰਜ਼ੀ ਨਾਲ ਘੁੰਮ ਫਿਰ ਵੀ ਨਹੀਂ ਸਕਦੀ। ਆਪਣੀ ਪਸੰਦ ਦੇ ਵਿਅਕਤੀ ਨਾਲ ਗੱਲ ਵੀ ਨਹੀਂ ਕਰ ਸਕਦੀ। ਹਾਂ, ਮਿਸਟਰ ਗਿੱਲ ਨੂੰ ਪਸੰਦ ਕਰਦੀ ਹਾਂ। ਤਾਂ ਕੀ ਗੁਨਾਹ ਹੋ ਗਿਆ? ਕੀ ਇੱਕ ਔਰਤ ਅਤੇ ਪੁਰਸ਼ ਦੋਸਤ ਨਹੀਂ ਹੋ ਸਕਦੇ? ਉਸ ਦੀਆਂ ਗੱਲਾਂ ਤੋਂ ਮੈਂ ਸੁੰਨ ਹੋ ਗਿਆ। ਮੈਨੂੰ ਵੀ ਗੁੱਸਾ ਆ ਗਿਆ। ਮੈਂ ਬੋਲ ਦਿੱਤਾ, ਮੇਰੇ ਨਾਂ ਦਾ ਸੰਦੂਰ ਅਤੇ ਮਨ ਵਿੱਚ ਕੋਈ ਹੋਰ? ਤਲਾਕ ਲਓ ਅਤੇ ਜੋ ਕਰਨਾ ਹੈ ਕਰੋ। ਅੰਜੂ ਨੇ ਗੱਲ ਨੂੰ ਹਲਕੇ ਵਿੱਚ ਲਿੱਤਾ, ਜਿਵੇਂ ਉਹ ਇਹੀ ਚਾਹੁੰਦੀ ਹੋਵੇ। ਇੱਕ ਔਰਤ ਤੇ ਪੁਰਸ਼ ਦੀ ਦੋਸਤੀ ਦਾ ਮਤਲਬ ਪਿਆਰ ਹੀ ਹੁੰਦਾ ਹੈ। ਤਲਾਕ ਤੋਂ ਬਾਅਦ ਉਸਦਾ ਪਿਆਰ ਜਾਇਜ਼ ਹੋ ਜਾਵੇਗਾ। ਫਿਰ ਉਸਨੂੰ ਝੂਠ ਬੋਲਣ ਦੀ, ਲੁੱਕ ਕੇ ਮਿਲਣ ਦੀ ਜ਼ਰੂਰਤ ਨਹੀਂ ਪਵੇਗੀ। ਤਲਾਕ ਦਾ ਪ੍ਰਸਤਾਵ ਉਸਨੇ ਮੰਨ ਲਿੱਤਾ। ਬੱਚਿਆਂ ਦਾ ਕੀ ਹੋਏਗਾ? ਮੈਂ ਪੁੱਛਿਆ। ਤੁਸੀਂ ਰੱਖ ਲਓ, ਉਸਨੇ ਬੇਸ਼ਰਮੀ ਨਾਲ ਉੱਤਰ ਦਿੱਤਾ। ਹਾਂ, ਹੁਣ ਤਾਂ ਘਰ ਵਾਲਾ ਵੀ ਨਵਾਂ ਅਤੇ ਬੱਚੇ ਵੀ। ਮੇਰੇ ਸਾਹਮਣੇ ਮੇਰੀ ਦੁਨੀਆ ਉਜੜ ਰਹੀ ਸੀ। ਮੈਂ ਕੁਝ ਵੀ ਨਹੀਂ ਕਰ ਪਾ ਰਿਹਾ ਸੀ। ਇੱਕ ਆਦਮੀ ਨੇ ਮੇਰਾ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਮੈਂ ਸਿਰਫ ਆਪਣੀ ਬਰਬਾਦੀ ਦੇਖ ਰਿਹਾ ਸੀ। ਜਦੋਂ ਆਪਣਾ ਹੀ ਕੋਈ ਘਰ ਦੀ ਕੰਧਾਂ ਵਿੱਚ ਛੇਕ ਕਰੇ ਤਾਂ ਬਾਹਰ ਵਾਲੇ ਨੂੰ ਕਿਵੇਂ ਦੋਸ਼ ਦੇ ਸਕਦੇ ਹਾਂ? ਕੀ ਕਹਾਂ ਆਪਣੇ ਮਾਸੂਮ ਬੱਚਿਆਂ ਨੂੰ? ਇਹ ਕਿ ਨਵਾਂ ਬਾਪ ਮੁਬਾਰਕ ਹੋਵੇ। ਕੀ ਅਸਰ ਪਵੇਗਾ ਇਹਨਾਂ ਮਾਸੂਮ ਬੱਚਿਆਂ ਦੇ ਦਿਮਾਗ 'ਤੇ? ਬੱਚਿਆਂ ਨੂੰ ਆਪਣੇ ਨਾਲ ਰੱਖਣ ਦਾ ਮਤਲਬ ਸੀ ਅੰਜੂ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦੇਣਾ, ਆਜ਼ਾਦ ਕਰ ਦੇਣਾ ਅਤੇ ਖੁਦ ਨੂੰ ਜ਼ਿੰਮੇਵਾਰੀਆਂ ਵਿੱਚ ਜਕੜ ਦੇਣਾ। ਮੈਂ ਇਸ ਦੇ ਲਈ ਤਿਆਰ ਨਹੀਂ ਸੀ। ਅੰਜੂ ਦੀ ਬੇਵਫਾਈ ਨੇ ਮੈਨੂੰ ਇੱਕ ਅਜਿਹਾ ਦਰਦ ਦਿੱਤਾ ਜੋ ਕਿ ਨਾਸੂਰ ਬਣਦਾ ਜਾ ਰਿਹਾ ਸੀ। ਅਜਿਹਾ ਨਹੀਂ ਕਿ ਮੈਂ ਅੰਜੂ ਨੂੰ ਸਮਝਾਇਆ ਨਹੀਂ, ਉਸ ਦੀਆਂ ਮਿੰਨਤਾਂ ਨਹੀਂ ਕੀਤੀਆਂ, ਉਸਨੂੰ ਬੱਚਿਆਂ ਦਾ ਵਾਸਤਾ ਨਹੀਂ ਦਿੱਤਾ। ਮੈਂ ਉਸ ਦੇ ਅੱਗੇ ਗਿੜਗਿੜਾਇਆ ਨਹੀਂ। ਮੈਂ ਆਪਣੇ ਘਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਅੰਜੂ ਪੂਰੀ ਤਰ੍ਹਾਂ ਕਠੋਰ ਬਣ ਚੁੱਕੀ ਸੀ। ਮੇਰਾ ਹੋਣਾ ਨਾ ਹੋਣਾ ਉਸ ਦੇ ਲਈ ਇੱਕ ਬਰਾਬਰ ਸੀ। ਉਹ ਮਰਜ਼ੀ ਨਾਲ ਆਉਂਦੀ ਤੇ ਮਰਜ਼ੀ ਨਾਲ ਜਾਂਦੀ। ਪੁੱਛਣ ਟੋਕਣ ਦੀ ਹੱਦ ਤੋਂ ਬਾਹਰ ਜਾ ਚੁੱਕੀ ਸੀ। ਇੱਕ ਦਿਨ ਕੋਰਟ ਤੋਂ ਤਲਾਕ ਦਾ ਨੋਟਿਸ ਵੀ ਆ ਗਿਆ। ਮੈਂ ਅੰਜੂ ਨੂੰ ਪੁੱਛਿਆ, ਇਹ ਸਭ ਕੀ ਹੈ? ਤੇਰੇ ਇਸ ਅਨੈਤਿਕ ਵਿਵਹਾਰ ਦੇ ਲਈ ਮੇਰੀ ਨਾ ਚਾਹੁੰਦੇ ਹੋਏ ਵੀ ਹਾਂ ਤਾਂ ਹੈ ਹੀ। ਉਸਨੇ ਢੀਠ ਹੋ ਕੇ ਕਿਹਾ, ਮੈਂ ਪ੍ਰੇਮ ਕੀਤਾ ਹੈ, ਸੱਚਾ ਪ੍ਰੇਮ। ਇਹ ਅਲੱਗ ਗੱਲ ਹੈ ਕਿ ਪਹਿਲਾਂ ਮੇਰਾ ਵਿਆਹ ਹੋਇਆ, ਉਸ ਦੇ ਬਾਅਦ ਮੈਨੂੰ ਪ੍ਰੇਮ ਹੋਇਆ। ਮੈਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦਿਓ। ਮੈਂ ਅੰਜੂ ਗਿੱਲ ਬਣਨਾ ਚਾਹੁੰਦੀ ਹਾਂ। ਤੁਸੀਂ ਤਲਾਕ ਨਹੀਂ ਦਿਓਗੇ ਤਾਂ ਮੈਨੂੰ ਦੂਸਰੇ ਰਸਤੇ ਵਰਤਣੇ ਪੈਣਗੇ, ਦਹੇਜ ਐਕਟ ਵਗੈਰਾ ਵਗੈਰਾ। ਚੰਗਾ ਹੋਵੇਗਾ ਸਭ ਰਾਜੀ ਖੁਸ਼ੀ ਨਾਲ ਹੋ ਜਾਵੇ। ਬੱਚੇ ਜਦੋਂ ਚਾਹਣ ਮੇਰੇ ਕੋਲ ਆ ਜਾਣ, ਜਦੋਂ ਚਾਹੇ ਤੁਹਾਡੇ ਕੋਲ। ਮੈਨੂੰ ਕੋਈ ਸਮੱਸਿਆ ਨਹੀਂ। ਹੜ੍ਹ ਆ ਚੁੱਕਿਆ ਸੀ, ਘਰ ਡੁੱਬ ਚੁੱਕਿਆ ਸੀ, ਮੈਂ ਬਰਬਾਦ ਹੋ ਚੁੱਕਿਆ ਸੀ। ਤੀਸਰੀ ਪੇਸ਼ੀ ਵਿੱਚ ਤਲਾਕ ਹੋ ਗਿਆ। ਬੱਚਿਆਂ ਨੂੰ ਚਲਾਕੀ ਨਾਲ ਹੋਸਟਲ ਵਿੱਚ ਪਾ ਦਿੱਤਾ ਗਿਆ ਸੀ। ਮੇਰੀ ਸਥਿਤੀ ਬੱਚਿਆਂ ਦਾ ਖਰਚ ਚੁੱਕਣ ਦੀ ਨਹੀਂ ਸੀ। ਉਹ ਜ਼ਿੰਮੇਵਾਰੀ ਅੰਜੂ ਨੇ ਚੁੱਕ ਲਿੱਤੀ। ਤਲਾਕ ਦੇ ਟਾਈਮ ਕੋਡ ਵਿੱਚ ਮੈਂ ਗਿੱਲ ਨੂੰ ਦੇਖਿਆ। ਜਿੱਤ ਦੀ ਖੁਸ਼ੀ ਉਸਦੇ ਚਿਹਰੇ 'ਤੇ ਸੀ। ਉਹ ਸਿਕੰਦਰ ਸੀ। ਉਹ ਆਪਣੀ ਕਾਰ ਵਿੱਚ ਬਿਠਾ ਕੇ ਅੰਜੂ ਨੂੰ ਲੈ ਜਾ ਚੁੱਕਿਆ ਸੀ। ਕਾਰ ਤੋਂ ਉੱਡਦੀ ਧੂੜ ਅਤੇ ਨਿਕਲਦਾ ਧੂੰਆਂ ਮੇਰੇ ਮੂੰਹ 'ਤੇ ਹਾਰ ਦਾ ਤਿਰਸਕਾਰ ਸੁੱਟ ਕੇ ਜਾ ਚੁੱਕਿਆ ਸੀ। ਬੱਚੇ ਇੱਕ ਦੋ ਵਾਰ ਮੈਨੂੰ ਮਿਲਣ ਲਈ ਆਏ ਤਾਂ ਮੇਰੇ ਕੋਲ ਉਹਨਾਂ ਨੂੰ ਦੇਣ ਲਈ ਕੁਝ ਨਹੀਂ ਸੀ। ਛੋਟੀ ਜਿਹੀ ਤਨਖਾਹ ਸ਼ਰਾਬ ਵਿੱਚ ਉੱਡ ਜਾਂਦੀ। ਮੇਰੀ ਸਰੀਰਕ, ਮਾਨਸਿਕ, ਆਰਥਿਕ ਸਥਿਤੀ ਕਮਜ਼ੋਰ ਹੁੰਦੀ ਗਈ। ਦੋਵੇਂ ਬੱਚਿਆਂ ਨੂੰ ਅੰਜੂ ਅਤੇ ਉਸਦੇ ਨਵੇਂ ਪਤੀ, ਬੱਚਿਆਂ ਦੇ ਨਵੇਂ ਪਿਤਾ ਨੇ ਇੰਨੀ ਸੁੱਖ ਸੁਵਿਧਾਵਾਂ ਦਿੱਤੀਆਂ ਕਿ ਬੱਚੇ ਮੈਨੂੰ ਭੁੱਲ ਗਏ। ਗਿੱਲ ਬੈਂਕ ਮੈਨੇਜਰ ਸੀ। ਉਸਦੇ ਕੋਲ ਬਹੁਤ ਪੁਸ਼ਤੈਨੀ ਜ਼ਮੀਨ ਸੀ। ਕੋਠੀ, ਗੱਡੀ, ਨੌਕਰ ਚਾਕਰ ਸਭ ਕੁਝ ਸੀ। ਅੰਜੂ ਮੇਰੀ ਨਾ ਰਹੀ। ਬੱਚੇ ਵੀ ਪਰਾਏ ਹੋ ਗਏ। ਗਿੱਲ ਦੀ ਆਕਰਸ਼ਕ ਦਿੱਖ ਅਤੇ ਕਰੋੜਾਂ ਦੀ ਜ਼ਮੀਨ ਦੇ ਸਾਹਮਣੇ ਮੈਂ ਕੁਝ ਵੀ ਨਹੀਂ ਸੀ। ਅੰਜੂ ਦੇ ਮਾਤਾ ਪਿਤਾ ਸ਼ੁਰੂ ਵਿੱਚ ਅੰਜੂ ਤੋਂ ਨਾਰਾਜ਼ ਸੀ। ਬਾਅਦ ਵਿੱਚ ਆਪਣੀ ਕੁੜੀ ਨੂੰ ਵੱਡੀ ਕੋਠੀ ਵਿੱਚ ਖੁਸ਼ ਦੇਖ ਕੇ ਉਹਨਾਂ ਦੀ ਨਾਰਾਜ਼ਗੀ ਵੀ ਦੂਰ ਹੋ ਗਈ। ਮੇਰੇ ਮਾਤਾ ਪਿਤਾ ਨੂੰ ਮੇਰੇ ਤੋਂ ਹਮਦਰਦੀ ਸੀ, ਪਰ ਮੇਰੇ ਉਜੜਦੇ ਹੀ ਉਹ ਮੇਰੇ ਬੜੇ ਭਰਾ ਦੇ ਪਰਿਵਾਰ ਵਿੱਚ ਚਲੇ ਗਏ। ਉਹਨਾਂ ਨੂੰ ਸੇਵਾ ਦੀ ਜ਼ਰੂਰਤ ਸੀ, ਜਿਹੜੀ ਮੈਂ ਇਕੱਲਾ ਨਹੀਂ ਕਰ ਸਕਦਾ ਸੀ। ਮੈਂ ਤਾਂ ਆਪਣਾ ਧਿਆਨ ਵੀ ਨਹੀਂ ਰੱਖ ਪਾ ਰਿਹਾ ਸੀ। ਮੈਨੂੰ ਦਿਲਾਸਾ ਦਿੱਤੀ ਗਈ ਕਿ ਸ਼ਰਾਬ ਛੱਡ ਦੂਸਰਾ ਵਿਆਹ ਕਰ ਲਓ। ਕੁੜੀਆਂ ਦੀ ਕਮੀ ਨਹੀਂ ਦੁਨੀਆ ਵਿੱਚ। ਬੇਵਫਾ ਦੇ ਲਈ ਸ਼ਰਾਬ ਵਿੱਚ ਡੁੱਬ ਕੇ ਜ਼ਿੰਦਗੀ ਤਬਾਹ ਕਰਨਾ ਬੇਵਕੂਫੀ ਹੈ।
ਪਰ ਮੈਂ ਇਹ ਬੇਵਕੂਫੀ ਕਰਦਾ ਰਿਹਾ ਅਤੇ ਬਿਮਾਰੀ ਦੇ ਹਵਾਲੇ ਹੋ ਗਿਆ। ਮੇਰੀ ਦੁਨੀਆ ਅੰਜੂ ਨੇ ਲੁੱਟੀ ਜਾਂ ਕਿਸੇ ਧਨਵਾਨ ਦੇ ਧਨ ਨੇ। ਅੰਜੂ ਨੇ ਆਪਣੇ ਵਧੀਆ ਜੀਵਨ ਦੇ ਲਈ ਵਿਆਹ ਤੋੜ ਦਿੱਤਾ। ਆਜ਼ਾਦ ਚਰਿੱਤਰ ਨਾਲ ਸਾਰੀ ਖੁਸ਼ੀਆਂ ਆਪਣੀ ਝੋਲੀ ਵਿੱਚ ਪਾ ਲਿੱਤੀਆਂ। ਗਿੱਲ ਜੈਸੇ ਲੋਕਾਂ ਨੂੰ ਕਿਸੇ ਨਾ ਕਿਸੇ ਦਾ ਘਰ ਤਾਂ ਬਰਬਾਦ ਕਰਨਾ ਹੀ ਸੀ। ਮੇਰਾ ਬੁਰਾ ਵਕਤ ਸੀ। ਮੈਂ ਆ ਗਿਆ ਉਸਦੀ ਚਪੇਟ ਵਿੱਚ। ਮੈਂ ਨਾ ਹੁੰਦਾ ਤਾਂ ਕੋਈ ਹੋਰ ਹੁੰਦਾ। ਸ਼ਰਾਬ ਪੀ ਪੀ ਕੇ ਮੇਰਾ ਲੀਵਰ ਖਰਾਬ ਹੋ ਗਿਆ। ਮੈਂ ਨਸ਼ੇ ਵਿੱਚ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਪਿਆ। ਹੋਸ਼ ਆਇਆ ਤਾਂ ਹਸਪਤਾਲ ਵਿੱਚ ਸੀ। ਗਿੱਲ ਮੇਰੇ ਸਾਹਮਣੇ ਖੜਿਆ ਸੀ। ਨਰਸ ਨੇ ਦੱਸਿਆ, ਇਹੀ ਸੱਜਣ ਤੁਹਾਨੂੰ ਲੈ ਕੇ ਆਏ ਹਨ। ਸੱਜਣ ਸ਼ਬਦ ਸੁਣ ਕੇ ਮੈਨੂੰ ਕ੍ਰੋਧ ਆ ਗਿਆ। ਇਹ ਸੱਜਣ ਹੈ ਤਾਂ ਮਨ ਵਿੱਚ ਆਇਆ ਕਿ ਗਰਦਨ ਘੁੱਟ ਦੇਵਾਂ, ਪਰ ਉੱਠ ਨਾ ਸਕਿਆ। ਸਰੀਰ ਕਮਜ਼ੋਰ ਹੋ ਚੁੱਕਿਆ ਸੀ। ਹਸਪਤਾਲ ਦਾ ਬੈੱਡ ਸਥਾਈ ਘਰ ਬਣ ਗਿਆ ਸੀ। ਕਿਉਂ ਕੀਤਾ ਤੂੰ ਮੇਰੇ ਨਾਲ ਐਵੇਂ? ਕਿਸੇ ਲਾਚਾਰ ਔਰਤ ਦੀ ਤਰ੍ਹਾਂ ਮੈਂ ਪੁੱਛਿਆ। ਗਿੱਲ ਮੇਰੇ ਨੇੜੇ ਆ ਕੇ ਬੈਠ ਗਿਆ। ਉਸਨੇ ਮੇਰੀ ਹਥੇਲੀ 'ਤੇ ਆਪਣੀ ਹਥੇਲੀ ਰੱਖਦੇ ਹੋਏ ਕਿਹਾ, ਮੈਂ ਅੰਜੂ ਨਾਲ ਪਿਆਰ ਕੀਤਾ ਸੀ। ਇਹ ਸੰਜੋਗ ਸੀ ਕਿ ਉਹ ਤੇਰੀ ਪਤਨੀ ਸੀ। ਮੈਂ ਜਾਣ-ਬੁੱਝ ਕੇ ਤੇਰੇ ਨਾਲ ਕੁਝ ਨਹੀਂ ਕੀਤਾ। ਫਿਰ ਵੀ ਮੈਂ ਤੇਰਾ ਗੁਨਾਹਗਾਰ ਹਾਂ। ਮੈਨੂੰ ਇਸ ਦੀ ਸਜ਼ਾ ਵੀ ਮਿਲ ਰਹੀ ਹੈ। ਅੰਜੂ ਪੂਰੀ ਮੇਰੀ ਕਿੱਥੇ ਹੈ? ਉਹ ਤਾਂ ਵੰਡੀ ਹੋਈ ਹੈ, ਤੇਰੇ ਵਿੱਚ, ਮੇਰੇ ਵਿੱਚ, ਆਪਣੇ ਬੱਚਿਆਂ ਵਿੱਚ। ਮੈਂ ਤੇਰਾ ਇਲਾਜ ਕਰਾਊਂਗਾ। ਤੇਰੇ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ 'ਤੇ ਹੈ। ਇੰਨਾ ਬੋਲ ਕੇ ਗਿੱਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਜਲਦੀ ਨਾਲ ਉੱਠਿਆ ਅਤੇ ਚਲਾ ਗਿਆ। ਵਾਹ ਮੇਰੀ ਕਿਸਮਤ, ਡਾਕੂ ਮਸੀਹਾ ਬਣ ਰਿਹਾ ਹੈ। ਉਸ ਦੀ ਹਕੀਕਤ ਤਾਂ ਇਹ ਸੀ ਕਿ ਉਸਨੇ ਮੇਰੇ ਤੋਂ ਮੇਰੀ ਘਰਵਾਲੀ ਖੋਹੀ ਸੀ, ਮੇਰਾ ਪਰਿਵਾਰ ਬਰਬਾਦ ਕਰ ਦਿੱਤਾ। ਪਰ ਇਕੱਲਾ ਗਿੱਲ ਦੋਸ਼ੀ ਨਹੀਂ ਸੀ। ਸੱਚ ਹੀ ਕਿਹਾ ਹੈ ਕਿਸੇ ਨੇ, ਪਿਆਰ ਅੰਨਾ ਹੁੰਦਾ ਹੈ, ਅਤੇ ਮੇਰੀ ਘਰਵਾਲੀ ਦੇ ਇਸ ਅੰਨੇ ਪਿਆਰ ਨੇ ਮੇਰਾ ਸਭ ਕੁਝ ਨਸ਼ਟ ਕਰ ਦਿੱਤਾ ਸੀ। ਪਤਾ ਨਹੀਂ ਕੀ ਕਿਹਾ ਸੀ ਡਾਕਟਰ ਨੇ ਗਿੱਲ ਨੂੰ ਕਿ ਉਹ ਦੂਸਰੇ ਦਿਨ ਮੇਰੀ ਸਾਬਕਾ ਘਰਵਾਲੀ ਨੂੰ ਲੈ ਕੇ ਮੇਰੇ ਕੋਲ ਆ ਗਿਆ। ਅੰਜੂ ਮੇਰੀ ਹਾਲਤ ਦੇਖ ਕੇ ਫੁੱਟ-ਫੁੱਟ ਕੇ ਰੋਣ ਲੱਗੀ। ਗਿੱਲ ਨੂੰ ਸ਼ਾਇਦ ਮੇਰੇ ਵਾਸਤੇ ਅੰਜੂ ਦਾ ਰੋਣਾ ਚੰਗਾ ਨਹੀਂ ਲੱਗ ਰਿਹਾ ਹੋਣਾ, ਪਰ ਕਿਸੇ ਦਾ ਘਰ ਤੋੜਨ ਦੀ ਇੰਨੀ ਸਜ਼ਾ ਤਾਂ ਜਾਇਜ਼ ਸੀ ਉਸਦੇ ਲਈ। ਉਸਦੀ ਘਰਵਾਲੀ ਮੇਰੀ ਛਾਤੀ 'ਤੇ ਸਿਰ ਰੱਖ ਕੇ ਰੋ ਰਹੀ ਸੀ। ਮੇਰੇ ਵਾਸਤੇ ਇੰਨਾ ਬਹੁਤ ਸੀ। ਗਿੱਲ ਅੱਛਾ ਆਦਮੀ ਸੀ। ਜੇਕਰ ਉਸਦਾ ਅੰਜੂ ਨਾਲ ਪ੍ਰੇਮ ਕਰਨ ਦਾ ਗੁਨਾਹ ਛੱਡ ਦਿੱਤਾ ਜਾਵੇ ਤਾਂ ਉਸਨੇ ਕੇਵਲ ਮੌਜ ਮਸਤੀ ਨਹੀਂ ਕੀਤੀ, ਵਿਆਹੁਤਾ ਅੰਜੂ ਨਾਲ ਵਿਆਹ ਵੀ ਕੀਤਾ, ਉਸਦੇ 2 ਬੱਚਿਆਂ ਨੂੰ ਅਪਣਾਇਆ ਵੀ। ਮੇਰੀ ਬਰਬਾਦੀ ਦਾ ਦੋਸ਼ ਲੈ ਕੇ ਮੈਨੂੰ ਹਸਪਤਾਲ ਵੀ ਭਰਤੀ ਕਰਵਾਇਆ। ਕੌਣ ਅਪਰਾਧੀ ਸੀ ਮੇਰਾ? ਗਿੱਲ, ਅੰਜੂ, ਮੇਰੀ ਕਿਸਮਤ ਜਾਂ ਮੈਂ? ਸ਼ਾਇਦ ਇਹੀ ਹੋਣਾ ਸੀ, ਸੋ ਹੋਇਆ। ਮੈਂ ਨਿਸ਼ਚਿੰਤ ਹੋ ਕੇ ਆਖਰੀ ਸਾਹ ਲਿੱਤੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।